ਅਸੀਂ ਜਿਹੜੀ ਇਸ ਕਲੋਨੀ ਨੂੰ ਲੈ ਕੇ ਅਸੀਂ ਸੁਝਾਅ ਦਿੱਤੇ ਆ ਜੀ ਤੇ ਕੁਝ ਅਧਿਕਾਰੀਆਂ ਜਿਹੜੇ ਗਲਾਡਾ ਦੇ ਨੇ ਉਹਨਾਂ ਦੀ ਅਸੀਂ ਕੰਪਲੇਂਟ ਕੀਤੀ ਹੈ। ਅੱਛਾ ਕਿ ਉਹਨਾਂ ਨੇ ਜਿਹੜੀ ਇਹ ਕਲੋਨੀ ਦਾ ਡਿਜ਼ਾਈਨ ਤਿਆਰ ਕੀਤਾ ਹੈ ਜੀ ਉਹ ਇਸ ਹਿਸਾਬ ਨਾਲ ਤਿਆਰ ਕੀਤਾ ਹੈ ਕਿ ਸਰਕਾਰ ਨੂੰ ਆਮਦਨ ਘੱਟ, ਲੋਕਾਂ ਨੂੰ ਫਾਇਦਾ ਘੱਟ ਤੇ ਪ੍ਰਾਈਵੇਟ ਜਿਹੜੇ ਕੋਲੋਨਾਈਜ਼ਰ ਨੇ ਜਿਹੜੀ ਇਹ ਜਗ੍ਹਾ ਛੱਡ ਰਹੇ ਨੇ ਉਹਨਾਂ ਨੂੰ ਚੀਜ਼ਾਂ ਨੂੰ ਲੈ ਕੇ ਪ੍ਰਾਈਵੇਟ ਕੋਲੋਨਾਈਜ਼ਰਾਂ ਨੂੰ ਕਰੋੜਾਂ ਅਰਬਾਂ ਰੁਪਏ ਦਾ ਫਾਇਦਾ ਹੋਏਗਾ ਆਉਣ ਵਾਲੇ ਸਮੇਂ। ਉਹ ਜਿਸ ਹਿਸਾਬ ਨਾਲ ਡਿਜ਼ਾਈਨ ਹੋਈ ਹੈ ਉਹ ਡਿਜ਼ਾਈਨ ਨਹੀਂ ਹੋਈ ਤੇ ਇਸ ਲਈ ਇਹ ਡਿਜ਼ਾਈਨ ਚੇਂਜ ਕਰਾਉਣ ਲਈ ਅਸੀਂ ਸੁਝਾਅ ਭੇਜੇ ਹੈ। ਹੁਣ ਜਿਹੜੀ ਕਲੋਨੀ ਬਣਨ ਜਾ ਰਹੀ ਹੈ ਉਹ ਸਾਰਾ ਦਾ ਸਾਰਾ ਜਿਹੜਾ ਫਰੰਟ ਜਿਹੜਾ ਇਹ ਕਹਿੰਦੇ ਨੇ ਕਿ ਲਾਡੋਵਾਲ ਬਾਈਪਾਸ ਤੇ ਬਣਾ ਰਹੇ ਹਾਂ। ਠੀਕ ਹੈ, ਲਾਡੋਵਾਲ ਬਾਈਪਾਸ ਤੇ ਫਰੰਟ ਕੁਝ ਆ ਰਿਹਾ ਹੈ ਲੇਕਿਨ ਸਾਰਾ ਦਾ ਸਾਰਾ ਫਰੰਟ ਜਿਹੜਾ ਹੈ ਇੱਕ ਫਲਾਈਓਵਰ ਦੇ ਥੱਲੇ ਆ ਰਿਹਾ। ਉਹਦੇ ਬਾਵਜੂਦ ਉਹਨਾਂ ਕਲੋਨਾਈਜ਼ਰਸ ਨੂੰ ਫਾਇਦਾ ਪਹੁੰਚਾਉਣ ਵਾਸਤੇ ਬੁੱਢੇ ਦਰਿਆ ਤੋਂ 500 ਮੀਟਰ ਹਟ ਕੇ ਇੱਕ ਪ੍ਰੋਜੈਕਟ ਨੂੰ ਨਿਸ਼ਾਨਦੇਹੀ ਕੀਤੀ ਗਈ ਕਿ ਇੱਥੋਂ ਜਾ ਕੇ ਪ੍ਰੋਜੈਕਟ ਸ਼ੁਰੂ ਹੋਊਗਾ। ਔਰ ਜਿਹੜੀ ਨਵੀਂ ਨਿਸ਼ਾਨਦੇਹੀ ਕੀਤੀ ਗਈ ਹੈ ਉਹ ਜਿਹੜੀ ਹੁਣ ਪ੍ਰੋਜੈਕਟ ਦੀ ਲਾਈਨ ਆਪਾਂ ਦੇਖਦੇ ਹਾਂ, ਜਿੰਨੇ ਵੀ ਲਾਡੋਵਾਲ ਬਾਈਪਾਸ ਦੇ ਉੱਤੇ ਫਰੰਟ ਆਉਂਦਾ ਹੈ ਉਹ ਸਾਰਾ ਇੱਕ ਪੁਲ ਦੇ ਥੱਲੇ ਆ ਜਾਂਦਾ ਹੈ। ਤੇ ਲਾਡੋਵਾਲ ਬਾਈਪਾਸ ਤੇ ਇੱਕ ਵੀ ਕਮਰਸ਼ੀਅਲ ਐਕਟੀਵਿਟੀ ਇਸ ਪ੍ਰੋਜੈਕਟ ਦੀ ਨਹੀਂ ਚੱਲ ਪਾਊਗੀ। ਸਰਕਾਰੀ ਰੈਵਨਿਊ ਦਾ, ਸਰਕਾਰੀ ਖਜ਼ਾਨੇ ਦਾ ਕਰੋੜਾਂ ਅਰਬਾਂ ਰੁਪਈਆ ਦਾ ਨੁਕਸਾਨ ਹੋਊਗਾ। 1000 ਏਕੜ ਉਹ ਮੂਹਰੇ ਡਿਵੈਲਪ ਕਰਕੇ ਹੌਲੀ ਹੌਲੀ ਮਗਰ ਨੂੰ ਕਲੋਨਾਈਜ਼ਰ ਜਾਣ ਲੱਗ ਜਾਣਗੇ ਜੀ। ਜਿਸ ਤਰ੍ਹਾਂ ਕਿ ਲੁਧਿਆਣੇ ਦੇ ਵਿੱਚ ਇਲੀਗਲ ਕਲੋਨੀਜ਼ ਪਹਿਲਾਂ ਵੀ ਡਿਵੈਲਪ ਹੁੰਦੀਆਂ ਰਹੀਆਂ ਨੇ। ਪਹਿਲੇ ਹੀ ਸਕੈਮ ਹੋ ਗਿਆ ਜੀ। ਇਹ ਰਲੀ ਮਿਲੀ ਜਿਹੜੀ ਅਸੀਂ ਕਹਿੰਦੇ ਹਾਂ ਨਾ ਕਿ ਮਿਲੀ ਭਗਤ ਲੱਗ ਰਹੀ ਹੈ। ਤੇ ਇੱਥੇ ਮੌਕੇ ਤੇ ਜਾ ਕੇ ਤਾਂ ਸਾਫ਼ ਪਤਾ ਲੱਗ ਜਾਂਦਾ ਹੈ ਕਿ ਜਿਹੜੀ ਇਹ ਚਾਰ ਦੀਵਾਰੀਆਂ ਹੋਈਆਂ ਉਸ ਤੋਂ ਬਿਲਕੁਲ ਹਟ ਕੇ ਕਲੋਨੀ ਸ਼ੁਰੂ ਕਰ ਰਹੇ ਆਪਣੀ ਇਹ। ਬਿਲਕੁਲ ਜਿਹੜੇ ਪ੍ਰਾਈਵੇਟ ਕੋਲੋਨਾਈਜ਼ਰ ਹੈ ਉਹਨਾਂ ਦੀਆਂ ਜਿਹੜੀ ਕਲੋਨੀਆਂ ਨੂੰ ਪ੍ਰਮੋਟ ਕੀਤਾ ਜਾਏਗਾ, ਕਿਉਂਕਿ ਇਹਨਾਂ ਦੀ ਐਂਟਰੈਂਸ ਮਾੜੀ ਹੋ ਗਈ ਤੇ ਉਹਨਾਂ ਦੀ ਐਂਟਰੈਂਸ ਪ੍ਰਾਈਮ ਹੋ ਗਈ ਤਾਂ ਬੰਦਾ ਆਪੇ ਹੀ ਉੱਥੇ ਜਾਏਗਾ। ਜੇਕਰ ਪ੍ਰੋਜੈਕਟ ਨੂੰ ਠੰਡੇ ਬਸਤੇ ਵੀ ਪਾਇਆ ਜਾਂਦਾ ਹੈ ਤਾਂ ਵੀ ਪ੍ਰਾਈਵੇਟ ਕੋਲੋਨਾਈਜ਼ਰਸ ਨੂੰ ਹੀ ਫਾਇਦਾ ਹੋਏਗਾ। ਉਹ ਆਪਦੀਆਂ ਕਲੋਨੀਜ਼ ਡਿਵੈਲਪ ਕਰਦੇ ਰਹਿਣਗੇ, ਗਵਰਨਮੈਂਟ ਦਾ ਪ੍ਰੋਜੈਕਟ ਡਿਲੇ ਹੋ ਜਾਏਗਾ। ਪੂਰੇ ਨਹਿਰ ਦੇ ਉੱਤੇ ਜਾਂ ਹੁਣ ਲੁਧਿਆਣੇ ਦੇ ਵਿੱਚ ਬਲੈਕ ਮਨੀ ਦੀ ਇਨਵੋਲਵਮੈਂਟ ਸਰਕਾਰ ਖੁਦ ਕਰਵਾ ਰਹੀ ਹੈ। ਕਮਰਸ਼ੀਅਲ ਦੇ ਵਿੱਚੋਂ ਗਵਰਨਮੈਂਟ ਨੂੰ ਪੂਰਾ ਖਜ਼ਾਨਾ ਭਰਨਾ ਸੀਗਾ। ਉਹ ਜਿਹੜੇ ਗਲਾਡਾ ਦੇ ਅਫਸਰ ਨੇ ਜਿਹੜੇ ਇਸ ਪਲਾਨਿੰਗ ਨੂੰ ਖਰਾਬ ਕਰ ਰਹੇ ਨੇ ਪ੍ਰਾਈਵੇਟ ਕੋਲੋਨਾਈਜ਼ਰਸ ਨੂੰ ਫਾਇਦਾ ਦੇਣ ਲਈ, ਉਹ ਗਵਰਨਮੈਂਟ ਦੇ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਲਈ ਹੀ ਸਾਰਾ ਕਰ ਰਹੇ ਨੇ। जनहितैषी टीआरपी नहीं खरीदते, भरोसा जीतते हैं हम। नमस्कार, सत श्री अकाल, आदाब। एक बार फिर खड़े हैं लुधियाना शहर ते कारोबारी शहर दे विच गलबात कर रहे हैं। अज पहुँचे असी गलाडा, जी हाँ गलाडा दी लाडोवाल जी हाईवे एक्सप्रैस से टाउनशिप आ रही है। दिखा रहे हैं तुहानूं तस्वीरां। इस टाइम असी खड़े हैं लाडोवाल टाउनशिप ते, जिथे जी कि ये टाउनशिप है 1670 एकड़ की, लगभग 1700 एकड़ की टाउनशिप जी विवादां च आ गई है, क्योंकि हजे ये टाउनशिप बसी नहीं है पर यदी निशानदेही नूं लैके ही ये विवादां दे विच आ गई सी। वड्डे जिहड़े घपले जिहड़े नज़र आ रहे हैं निशानदेही दे विच ही। सो पब्लिक एक्शन कमेटी जिहड़ी कि जनता दी वख-वख मुद्दों ते आवाज़ चुकते आ रहे हैं, उन्हां दे नाल अज इत्थे पहुंचे हैं। सो जानते हैं, क्योंकि कहा जा रहा है कि इन्हां ने भी इस प्रोजैक्ट नूं लैके जिहड़ी कुछ शिकायत की सी। सो पब्लिक दे विच इहो जिहियां गल्लां कीतियां जा रही कि इन्हां ने प्रोजैक्ट नूं लैके शिकायतां कीतियां ने, इहो जिहियां गल्लां फैलाईयां जा रही ने। पर जिहड़ी इन्हां नाल जदों गलबात कीती तां इह कहंदे असीं शिकायत नहीं, असीं सुझाव दिते ने। सो की फ़र्क है, जनता के सामने रखते हैं पक्ष, पूछते हैं, इन्हां नाल गलबात करते हैं। सर नमस्कार। नमस्कार जी। सर तुहाडा नाम? मेरा नाम इंजीनियर कपिल अरोड़ा। अच्छा जी। मैं मैंबर हाँ पब्लिक एक्शन कमेटी का जी। हाँ जी।
ਸਰ ਤੇ- ਪਬਲਿਕ ਐਕਸ਼ਨ ਕਮੇਟੀ ਪਹਿਲਾਂ ਤਾਂ ਇਹ ਦੱਸੋ ਹੈ ਕੀ? ਸਰ ਪਬਲਿਕ ਐਕਸ਼ਨ ਕਮੇਟੀ ਅਲੱਗ-ਅਲੱਗ ਐਨਜੀਓਜ਼ ਨੇ, ਉਹਨਾਂ ਨੂੰ ਇੱਕ ਇਕੱਠਾ ਕਰਕੇ ਬਣੀ ਹੋਈ ਸਾਡੀ ਕਮੇਟੀ ਹੈ। ਜੀ ਚਾਹੇ ਵਾਤਾਵਰਣ ਦਾ ਮੁੱਦਾ ਹੋਏ ਜਾਂ ਪਬਲਿਕ ਨੂੰ ਲੈ ਕੇ ਕੋਈ ਵੀ ਇਹੋ ਜਿਹਾ ਜਿਹਦੇ ਨਾਲ ਸਰਕਾਰ ਨੂੰ ਨੁਕਸਾਨ ਹੁੰਦਾ ਹੋਵੇ ਜਾਂ ਲੋਕਾਂ ਨੂੰ ਨੁਕਸਾਨ ਹੁੰਦਾ ਹੋਵੇ, ਲੋਕਾਂ ਦੀ ਸਿਹਤ ਨੂੰ ਨੁਕਸਾਨ ਹੁੰਦਾ ਹੋਵੇ, ਅਸੀਂ ਉਸ ਮੁੱਦਿਆਂ ਨੂੰ ਚੱਕਦੇ ਹਾਂ। ਜੀ ਤੇ ਇਸ ਮੁੱਦੇ ਦੇ ਵਿੱਚ ਫਿਰ ਤੁਸੀਂ ਪਬਲਿਕ ਦੇ ਲਈ ਜਿਹੜਾ ਇੱਕ ਵਧੀਆ ਸੁਖਾਵਨਾ ਜਿਹਾ ਪ੍ਰੋਜੈਕਟ ਲਿਆਈ ਜਾ ਰਿਹਾ ਸੀ ਗਲਾਡਾ ਵੱਲੋਂ, ਕਿਹਾ ਜਾ ਰਿਹਾ ਇਹੋ ਜਿਹੀਆਂ ਗੱਲਾਂ ਫੈਲਾਈਆਂ ਜਾ ਰਹੀਆਂ ਕਿ ਤੁਸੀਂ ਕੰਪਲੇਂਟ ਕੀਤੀ ਹੈ, ਸੋ ਸੱਚਾਈ ਕੀ ਹੈ? ਸਰ ਅਸੀਂ ਜਿਹੜੀ ਇਸ ਕਲੋਨੀ ਨੂੰ ਲੈ ਕੇ ਅਸੀਂ ਸੁਝਾਅ ਦਿੱਤੇ ਆ ਜੀ ਤੇ ਕੁਝ ਅਧਿਕਾਰੀਆਂ ਹੂੰ ਜਿਹੜੇ ਗਲਾਡਾ ਦੇ ਨੇ ਉਹਨਾਂ ਦੀ ਅਸੀਂ ਕੰਪਲੇਂਟ ਕੀਤੀ ਹੈ ਅੱਛਾ ਕਿ ਉਹਨਾਂ ਨੇ ਜਿਹੜੀ ਇਹ ਕਲੋਨੀ ਦਾ ਡਿਜ਼ਾਈਨ ਤਿਆਰ ਕੀਤਾ ਹੈ ਜੀ ਉਹ ਇਸ ਹਿਸਾਬ ਨਾਲ ਤਿਆਰ ਕੀਤਾ ਹੈ ਕਿ ਸਰਕਾਰ ਨੂੰ ਆਮਦਨ ਘੱਟ, ਲੋਕਾਂ ਨੂੰ ਫਾਇਦਾ ਘੱਟ ਤੇ ਪ੍ਰਾਈਵੇਟ ਜਿਹੜੇ ਕੋਲੋਨਾਈਜ਼ਰ ਨੇ ਜੀ ਜਿਹੜੀ ਇਹ ਜਗ੍ਹਾ ਛੱਡ ਰਹੇ ਨੇ ਉਹਨਾਂ ਨੂੰ ਚੀਜ਼ਾਂ ਨੂੰ ਲੈ ਕੇ ਪ੍ਰਾਈਵੇਟ ਕੋਲੋਨਾਈਜ਼ਰਾਂ ਨੂੰ ਕਰੋੜਾਂ ਅਰਬਾਂ ਰੁਪਏ ਦਾ ਫਾਇਦਾ ਹੋਏਗਾ ਆਉਣ ਵਾਲੇ ਸਮੇਂ 'ਚ। ਅੱਛਾ ਜੀ ਜਿਹੜਾ ਫਾਇਦਾ ਸਿੱਧਾ ਸਰਕਾਰ ਨੂੰ ਹੋਣਾ ਚਾਹੀਦਾ ਜੀ। ਹੈ ਤੇ ਲੋਕਾਂ ਨੂੰ ਸਸਤੀ ਜਗ੍ਹਾ ਮਿਲਣ ਦਾ ਫਾਇਦਾ ਮਿਲਣਾ ਚਾਹੀਦਾ, ਇੱਕ ਵਧੀਆ ਤਰੀਕੇ ਨਾਲ ਕਲੋਨੀ ਬਣਨ ਦਾ। ਹੂੰ। ਉਹ ਜਿਸ ਹਿਸਾਬ ਨਾਲ ਡਿਜ਼ਾਈਨ ਹੋਈ ਹੈ ਜੀ। ਉਹ ਡਿਜ਼ਾਈਨ ਨਹੀਂ ਹੋਈ ਜੀ ਤੇ ਇਸ ਲਈ ਇਹ ਡਿਜ਼ਾਈਨ ਚੇਂਜ ਕਰਾਉਣ ਲਈ ਅਸੀਂ ਸੁਝਾਅ ਭੇਜੇ ਹੈ। ਕਪਿਲ ਜੀ ਮੈਂ ਪੁੱਛਣਾ ਚਾਹਾਂਗਾ ਕਿ ਇਹ ਬੇਸਿਕਲੀ ਲੈਂਡ ਪੁਲਿੰਗ ਸਕੀਮ ਦੇ ਅੰਡਰ ਬਣਨਾ ਜੀ। ਤੇ ਜੇ ਲੈਂਡ ਪੁਲਿੰਗ ਸਕੀਮ ਦੇ ਅੰਡਰ ਬਣਨਾ ਹੈ ਫਿਰ ਇਹਦੇ ਵਿੱਚ ਨੁਕਸਾਨ ਕਿਸੇ ਨੂੰ ਵੀ ਕਿੱਦਾਂ ਹੋ ਸਕਦਾ ਹੈ? ਕਿਉਂਕਿ ਜਿਹਦੀ ਲੈਂਡ ਐਕਵਾਇਰ ਹੋਏਗੀ ਉਹਨੂੰ ਉਹਦੇ ਬਦਲੇ ਸਰਕਾਰੀ ਜਿਹੜੀ ਕਲੋਨੀ ਬਣੇਗੀ ਉਹਦੇ ਵਿੱਚ ਉਹਨੇ ਪਲਾਟ ਜਾਂ ਜੋ ਵੀ ਸਰਕਾਰ ਨੇ ਇੱਕ ਸਿਸਟਮ ਰੱਖਿਆ ਉੱਦਾਂ ਦਾ ਸਮਾਨ ਮਿਲ ਜਾਏਗਾ। ਤਾਂ ਇਹ ਤਾਂ ਇੱਕ ਤਰ੍ਹਾਂ ਦੀ ਐਕਸਚੇਂਜ ਹੋਈ, ਸਗੋਂ ਸਰਕਾਰ ਡਿਵੈਲਪ ਕਰੇਗੀ। ਸੋ ਫਿਰ ਇਸ 'ਚ ਕਿੱਦਾਂ ਨਿੱਜੀ ਕੋਲੋਨਾਈਜ਼ਰਾਂ ਨੂੰ ਨੁਕਸਾਨ, ਕਿੱਦਾਂ ਨਿੱਜੀ ਬੰਦਿਆਂ ਨੂੰ ਕਿੱਦਾਂ ਫਾਇਦਾ ਪਹੁੰਚਾਇਆ ਜਾ ਸਕਦਾ? ਉਹ ਤਾਂ ਉਲਟਾ ਲੋਕ ਤਾਂ ਚਾਹੁੰਦੇ ਆ ਸਾਡੀ ਜ਼ਮੀਨ ਐਕਵਾਇਰ ਹੋ ਜੇ। ਤੁਸੀਂ ਅੱਜ ਐਕਵਾਇਰ ਹੋ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਨਹੀਂ ਇੱਦਾਂ ਦੀ ਗੱਲ। ਸਰ ਤੁਸੀਂ ਜੇ ਸਰਵੇ ਕਰੋ ਨਾ, ਜੀ। ਜਿਹੜਾ ਲਾਡੋਵਾਲ ਬਾਈਪਾਸ ਦਾ ਸਰਵੇ ਕਰੋ ਤੁਸੀਂ, ਜੀ। ਉੱਥੇ ਚਾਹੇ ਨਹਿਰ ਤੇ ਜਿੰਨੀ ਵੀ ਕਲੋਨੀਆਂ ਨੇ ਉੱਥੇ 25,000 ਤੋਂ ਲੈ ਕੇ 80,000 ਰੁਪਏ ਗੱਜ 'ਚ ਪ੍ਰਾਪਰਟੀਆਂ ਵਿਕ ਰਹੀਆਂ। ਜੀ ਇੱਥੇ ਗਲਾਡਾ ਦੀ ਜਿਹੜੀ ਜ਼ਮੀਨ ਐਕਵਾਇਰ ਹੋਏਗੀ, ਜਿਹੜੇ ਐਕਵਾਇਰ ਕਰ ਰਹੇ ਨੇ ਉਹਨਾਂ ਨੂੰ ਤਾਂ ਅਸੀਂ ਕਹਿੰਦੇ ਹਾਂ ਕਿ ਫਾਇਦਾ ਹੈ, ਲੇਕਿਨ ਜਿਹੜੀ ਇਹ ਜਾਣਬੁੱਝ ਕੇ ਵੱਡੇ ਨਾਲੇ ਤੋਂ, ਜਿਹਨੂੰ ਅਸੀਂ ਵੱਡਾ ਦਰਿਆ ਸਾਡਾ ਹੈਗਾ, ਜੀ। ਉਸ ਤੋਂ ਲੈ ਕੇ 500 ਮੀਟਰ ਤੱਕ ਇਹਨਾਂ ਨੇ ਜਿਹੜੀ ਜਗ੍ਹਾ ਛੱਡ ਦਿੱਤੀ, ਜੀ ਉਹ ਇਸ ਲਈ ਛੱਡੀ ਜਾ ਰਹੀ ਤਾਂ ਕਿ ਪ੍ਰਾਈਵੇਟ ਕੋਲੋਨਾਈਜ਼ਰ ਜਿਹੜੀ ਹੈ ਆਪਣੀ ਕਲੋਨੀਆਂ ਕੱਟ ਕੇ ਉੱਥੇ ਮੋਟੇ ਪੈਸੇ ਕਮਾ ਸਕਣ। ਜੀ। ਜਦ ਕਿ ਉਹ ਜਗ੍ਹਾ ਇਹਨਾਂ ਨੂੰ ਆਪ ਐਕਵਾਇਰ ਕਰਨੀ ਚਾਹੀਦੀ ਸੀ ਤੇ ਆਮ ਬੰਦਿਆਂ ਨੂੰ ਸਹੀ ਰੇਟ ਦੇ ਉੱਤੇ ਕਲੋਨੀ ਮਿਲਦੀ, ਸਹੀ ਰੇਟ ਤੇ ਪ੍ਰਾਪਰਟੀ ਤੇ ਆਪਾਂ ਕਹੀਏ ਕਿ ਪਲਾਟ ਮਿਲਦਾ ਤੇ ਕਲੋਨੀ ਵੀ ਇੰਨੀ ਗਹਿਰਾਈ ਤੱਕ ਨਾ ਬਣਦੀ ਜੇ ਫਰੰਟ ਸਹੀ ਤਰੀਕੇ ਨਾਲ ਲਿਆ ਜਾਂਦਾ। ਹੁਣ ਜਿਹੜੀ ਕਲੋਨੀ ਬਣਨ ਜਾ ਰਹੀ ਹੈ ਉਹ ਸਾਰਾ ਦਾ ਸਾਰਾ ਜਿਹੜਾ ਫਰੰਟ ਜਿਹੜਾ ਇਹ ਕਹਿੰਦੇ ਨੇ ਕਿ ਅਸੀਂ ਲਾਡੋਵਾਲ ਬਾਈਪਾਸ ਤੇ ਬਣਾ ਰਹੇ ਹਾਂ। ਜੀ ਠੀਕ ਹੈ, ਲਾਡੋਵਾਲ ਬਾਈਪਾਸ ਤੇ ਫਰੰਟ ਕੁਝ ਆ ਰਿਹਾ ਹੈ, ਲੇਕਿਨ ਸਾਰਾ ਦਾ ਸਾਰਾ ਫਰੰਟ ਜਿਹੜਾ ਹੈ ਇੱਕ ਫਲਾਈਓਵਰ ਦੇ ਥੱਲੇ ਆ ਰਿਹਾ ਹੈ। ਜੀ ਉਹ ਕੋਈ ਕਲੋਨੀ ਦਾ ਇੱਕ ਡਿਜ਼ਾਈਨ ਨਹੀਂ ਹੋਇਆ। ਜਿਹੜੇ ਬੁੱਢੇ ਦਰਿਆ ਤੋਂ ਲੈ ਕੇ ਇਹਨਾਂ ਨੇ ਜਗ੍ਹਾ ਛੱਡੀ ਹੈ, ਉਹ ਫਰੰਟ ਜਿਹੜਾ ਛੱਡਿਆ ਇਹਨਾਂ ਨੇ, ਜਿਹੜਾ ਲਾਡੋ ਬਾਈਪਾਸ ਨੂੰ ਅਸਲੀ ਤਰੀਕੇ ਨਾਲ ਜਿਹੜਾ ਇਹਨਾਂ ਨੂੰ ਬੈਨੀਫਿਟ ਦੇਣਾ ਜਾਣਾ ਸੀ, ਜਿਹੜਾ ਕਮਰਸ਼ੀਅਲ ਵੀ ਫਾਇਦਾ ਹੁੰਦਾ ਤੇ ਇੰਨਾ ਗਹਿਰਾਈ ਤੱਕ ਨਾ ਜਾਣਾ ਪੈਂਦਾ। ਜਿਹੜੀ ਕਲੋਨੀ ਇਹ ਬਣਾਉਣ ਜਾ ਰਹੀ 2.5 ਕਿਲੋਮੀਟਰ ਅੰਦਰ ਤੱਕ ਬਣਨ ਜਾ ਰਹੀ ਹੈ, ਜੀ ਉਹ 2.5 ਕਿਲੋਮੀਟਰ ਦੇ ਅੰਦਰ ਤੱਕ ਨਾ ਬਣ ਕੇ ਸ਼ਾਇਦ 1.5 ਕਿਲੋਮੀਟਰ ਤੱਕ ਅੰਦਰ ਤੱਕ ਬਣਦੀ ਓਕੇ। ਤੇ ਉਹਦੇ ਨਾਲ ਜਿਹੜੀ ਐਗਰੀਕਲਚਰ ਜ਼ਮੀਨ ਹੈ ਉਹ ਬਚ ਜਾਂਦੀ, ਉਹ ਬਚ ਜਾਂਦੀ ਬਿਲਕੁਲ ਠੀਕ। ਤੇ ਇੰਨਾ ਡੀਪ ਤੱਕ ਇਹਨਾਂ ਨੂੰ ਜਾਣ ਦੀ ਲੋੜ ਨਾ ਪੈਂਦੀ ਤੇ ਸਰਕਾਰ ਨੂੰ ਕਮਰਸ਼ੀਅਲ ਡਿਜ਼ਾਈਨ ਕਰਨ 'ਚ ਵੀ ਵਧੀਆ ਰਹਿੰਦਾ ਤੇ ਲੋਕਾਂ ਨੂੰ ਵੀ ਇੱਕ ਲੱਗਦਾ ਕਿ ਅਸੀਂ ਇੱਕ ਵਧੀਆ ਕਲੋਨੀ ਜਿਹੜੀ ਆ ਉਹਦੇ ਵਿੱਚ ਐਂਟਰ ਹੋਣ ਜਾ ਰਹੇ ਹਾਂ। ਬਹੁਤ ਜਲਦੀ ਡਿਵੈਲਪ ਹੋ ਜਾਂਦੀ ਕਲੋਨੀ, ਬਹੁਤ ਜਲਦੀ ਹੁੰਦੀ ਤੇ ਇਹਦੇ ਜਿਹੜੇ ਹੈ ਸਰਕਾਰ ਦੀ ਇੱਕ ਪਿੱਠ ਤੇ ਥਪਥਪਾਈ ਵੀ ਮਿਲਦੀ ਲੋਕਾਂ ਵੱਲੋਂ ਕਿ ਸਰਕਾਰ ਨੇ ਬਹੁਤ ਦੇਰ ਬਾਅਦ ਜੇ ਕੋਈ ਕਲੋਨੀ ਕੱਟੀ ਵੀ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਲੈ ਕੇ ਆਏ ਆ। ਜੀ ਗੱਲਬਾਤ ਕਰਾਂਗੇ, ਸਾਡੇ ਨਾਲ ਕੁਲਦੀਪ ਖਹਿਰਾ ਜੀ ਵੀ ਹੈ। ਖਹਿਰਾ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਇਸ ਤਰ੍ਹਾਂ ਹੈ ਜੀ, ਜਿਸ ਟਾਈਮ ਗਵਰਨਮੈਂਟ ਵੱਲੋਂ ਅਨਾਉਂਸ ਕੀਤਾ ਗਿਆ ਸੀਗਾ ਪਿਛਲੇ ਸਾਲ ਜੀ। ਇਸ ਪ੍ਰੋਜੈਕਟ ਨੂੰ ਕਿ ਲਾਡੋਵਾਲ ਬਾਈਪਾਸ ਦੇ ਉੱਤੇ ਕਲੋਨੀ ਸਰਕਾਰ ਡਿਵੈਲਪ ਕਰਨ ਜਾ ਰਹੀ ਹੈ 2000 ਏਕੜ ਦੇ ਵਿੱਚ, ਪਬਲਿਕ ਐਕਸ਼ਨ ਕਮੇਟੀ ਨੇ ਇੱਕ ਰਿਪਰੈਜ਼ੈਂਟੇਸ਼ਨ ਭੇਜ ਕੇ ਇਸ ਚੀਜ਼ ਦਾ ਸਵਾਗਤ ਕੀਤਾ ਸੀਗਾ ਕਿ ਜੀ ਤੁਸੀਂ ਬਹੁਤ ਵਧੀਆ ਸੋਚ ਰਹੇ ਹੋ ਔਰ ਲੁਧਿਆਣੇ ਸ਼ਹਿਰ ਨੂੰ ਜ਼ਰੂਰਤ ਸੀਗੀ ਇੰਨੇ ਦਹਾਕਿਆਂ ਬਾਅਦ ਕੋਈ ਵਧੀਆ ਪ੍ਰੋਜੈਕਟ ਆਉਣ ਜਾ ਰਿਹਾ ਕਿ ਜਿਹੜਾ ਹਾਊਸਿੰਗ ਪ੍ਰੋਜੈਕਟ ਗਵਰਨਮੈਂਟ ਆਪਣੇ ਤੌਰ ਤੇ ਡਿਵੈਲਪ ਕਰਨ ਜਾ ਰਹੀ ਹੈ। ਔਰ ਨਾਲ ਹੀ ਕੋਸ਼ਿਸ਼ ਕੀਤਾ ਸੀਗਾ ਉਸੇ ਰਿਪਰੈਜ਼ੈਂਟੇਸ਼ਨ ਦੇ ਵਿੱਚ ਕਿ ਜੀ ਆਸੇ-ਪਾਸੇ ਜਿਹੜੇ CLUs ਰੋਕੇ ਜਾਣ ਔਰ ਜਿੰਨੀ ਦੇਰ ਤੱਕ ਪ੍ਰੋਜੈਕਟ ਪੂਰਾ ਫਾਈਨਲ ਨਹੀਂ ਹੁੰਦਾ ਉਨੀ ਦੇਰ ਤੱਕ ਜਿਹੜੇ ਇਲੀਗਲ ਕਲੋਨੀਜ਼ ਬਣਦੀਆਂ ਨੇ ਉਹਨਾਂ ਨੂੰ ਰੋਕਿਆ ਜਾਵੇ। ਔਰ ਉਸ ਤੋਂ ਬਾਅਦ ਏਰੀਏ ਦੇ ਵਿੱਚ ਇਲੀਗਲ ਤੌਰ ਤੇ ਕਲੋਨੀਜ਼ ਬਣਨ ਲੱਗ ਗਈਆਂ ਔਰ ਜਦੋਂ ਜਾ ਕੇ ਇਹ ਪ੍ਰੋਜੈਕਟ ਦੀ ਨਿਸ਼ਾਨਦੇਹੀ ਕੀਤੀ ਗਈ
ਤਾਂ ਉਹਨਾਂ ਇਲੀਗਲ ਕਲੋਨਾਈਜ਼ਰਸ ਨੂੰ ਫਾਇਦਾ ਪਹੁੰਚਾਉਣ ਵਾਸਤੇ ਜਿਨ੍ਹਾਂ ਕੋਲ ਨਾ ਤਾਂ CLU ਹੋਇਆ ਹੋਇਆ, ਨਾ ਉਹਨਾਂ ਕੋਲੇ ਉਹ ਹੋਇਆ ਹੋਇਆ ਕਲੋਨੀ ਪਾਸ ਹੋਈ ਵੀ ਹੈ, ਔਰ ਉਹਦੇ ਬਾਵਜੂਦ ਉਹਨਾਂ ਕਲੋਨਾਈਜ਼ਰਸ ਨੂੰ ਫਾਇਦਾ ਪਹੁੰਚਾਉਣ ਵਾਸਤੇ ਬੁੱਢੇ ਦਰਿਆ ਤੋਂ 500 ਮੀਟਰ ਹਟ ਕੇ ਇੱਕ ਪ੍ਰੋਜੈਕਟ ਨੂੰ ਨਿਸ਼ਾਨਦੇਹੀ ਕੀਤੀ ਗਈ ਕਿ ਇੱਥੋਂ ਜਾ ਕੇ ਪ੍ਰੋਜੈਕਟ ਸ਼ੁਰੂ ਹੋਊਗਾ। ਔਰ ਜਿਹੜੀ ਨਵੀਂ ਨਿਸ਼ਾਨਦੇਹੀ ਕੀਤੀ ਗਈ ਹੈ ਉਹ ਜਿਹੜੀ ਹੁਣ ਪ੍ਰੋਜੈਕਟ ਦੀ ਲਾਈਨ ਆਪਾਂ ਦੇਖਦੇ ਹਾਂ, ਜਿੰਨੇ ਵੀ ਲਾਡੋਵਾਲ ਬਾਈਪਾਸ ਦੇ ਉੱਤੇ ਫਰੰਟ ਆਉਂਦਾ ਹੈ ਉਹ ਸਾਰਾ ਇੱਕ ਪੁਲ ਦੇ ਥੱਲੇ ਆ ਜਾਂਦਾ ਹੈ, ਔਰ ਜਿਹਦੇ ਕਰਕੇ ਲਾਡੋਵਾਲ ਬਾਈਪਾਸ 'ਤੇ ਇੱਕ ਵੀ ਕਮਰਸ਼ੀਅਲ ਐਕਟੀਵਿਟੀ ਇਸ ਪ੍ਰੋਜੈਕਟ ਦੀ ਨਹੀਂ ਚੱਲ ਪਾਊਗੀ, ਜਿਹੜਾ ਕਿ ਇਸ ਸਰਕਾਰੀ ਰੈਵਨਿਊ ਦਾ, ਸਰਕਾਰੀ ਖਜ਼ਾਨੇ ਦਾ ਕਰੋੜਾਂ ਅਰਬਾਂ ਰੁਪਈਆਂ ਦਾ ਨੁਕਸਾਨ ਹੋਊਗਾ। ਉਹੀ ਜਿਹੜਾ ਫਾਇਦਾ ਹੋਊਗਾ, ਜਿਹੜਾ ਸੱਜੇ ਹੱਥ ਏਰੀਆ ਛੱਡਿਆ ਹੈਗਾ, ਉਹ ਇਲੀਗਲ ਕਲੋਨੀਜ਼ ਡਿਵੈਲਪ ਹੋਣਗੀਆਂ, ਉੱਥੇ ਕਮਰਸ਼ੀਅਲ SCOs ਵੀ ਬਣਨਗੇ, ਮਿਹਨਤ ਇਹ ਕਰਨਗੇ, ਮਲਾਈ ਕੋਈ ਹੋਰ ਖਾਊਗਾ, ਮਲਾਈ ਉਹ ਖਾਣਗੇ ਜੀ। ਇਹ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਦੋਨੋਂ ਮੌਜੂਦ ਹੋ, ਤੁਹਾਡਾ ਤਜਰਬਾ ਹੈਗਾ ਕਿ ਜਿਵੇਂ ਤੁਸੀਂ ਕਿ 500 ਮੀਟਰ ਦੀ ਜਗ੍ਹਾ ਜਿਹੜੀ ਆ ਛੱਡੀ ਗਈ ਹੈ ਨਹਿਰ ਦੇ ਉੱਪਰ, ਲਾਡੋਵਾਲ ਲੱਗਦਾ ਸੀਗਾ, ਪ੍ਰਾਈਮ ਫਲੰਟ ਜਿਹੜਾ ਛੱਡੇ ਗਿਆ ਸੀਗਾ ਲਾਡੋਵਾਲ ਬਾਈਪਾਸ ਤੇ, ਉਹ ਛੱਡ ਦਿੱਤਾ ਗਿਆ। ਪ੍ਰਾਈਵੇਟ ਜਗ੍ਹਾ ਹੋਏਗੀ ਜਿਹੜਾ 500 ਮੀਟਰ ਫਰੰਟ ਦਾ ਪਿੱਛੇ 2 ਕਿਲੋਮੀਟਰ ਤੱਕ ਸਾਰਾ ਹੀ ਫਰੰਟ ਛੱਡ ਦਿੱਤਾ ਗਿਆ ਜੀ। ਅਪਰੋਕਸੀਮੇਟਲੀ ਕਿੰਨੀ ਕੁ ਜਗ੍ਹਾ ਹੋਏਗੀ? ਅਪਰੋਕਸੀਮੇਟਲੀ ਲਗਭਗ ਇਹ ਹੋਊਗੀ 1000 ਏਕੜ ਤੋਂ ਵੱਧ ਹੋਊਗੀ ਜੀ। 1000 ਏਕੜ ਮਤਲਬ 1670 ਏਕੜ ਦੀ ਇਹਨਾਂ ਦੀ ਟਾਊਨਸ਼ਿਪ ਤੇ 1000 ਏਕੜ ਬਾਹਰ ਲਿਆ ਕੇ ਤੁਸੀਂ ਇੱਕ ਤਰ੍ਹਾਂ ਦੀ ਕਹਿ ਲਓ ਦਿੱਤੇ। ਬਿਲਕੁਲ ਜੀ, ਬਿਲਕੁਲ 1000 ਏਕੜ ਉਹ ਮੂਹਰੇ ਡਿਵੈਲਪ ਕਰਕੇ ਹੌਲੀ ਹੌਲੀ ਮਗਰ ਨੂੰ ਕਲੋਨਾਈਜ਼ਰ ਜਾਣ ਲੱਗ ਜਾਣਗੇ ਜੀ। ਤੇ ਜਿਸ ਤਰ੍ਹਾਂ ਕਿ ਲੁਧਿਆਣੇ ਦੇ ਵਿੱਚ ਇਲੀਗਲ ਕਲੋਨੀਜ਼ ਪਹਿਲਾਂ ਵੀ ਡਿਵੈਲਪ ਹੁੰਦੀਆਂ ਰਹੀਆਂ ਨੇ, ਜਿਹੜਾ ਇਹ ਕਹਿ ਰਹੇ ਨੇ ਕਿ ਵੱਡਾ ਸਕੈਮ ਹੋ ਗਿਆ ਇੱਕ ਤਰ੍ਹਾਂ ਦਾ ਪਹਿਲੇ। ਬਿਲਕੁਲ ਜੀ, ਪਹਿਲੇ ਹੀ ਸਕੈਮ ਹੋ ਗਿਆ ਜੀ। ਇਹ ਰਲੀ ਮਿਲੀ ਜਿਹੜੀ ਅਸੀਂ ਕਹਿੰਦੇ ਆ ਨਾ ਕਿ ਮਿਲੀ ਭਗਤ ਲੱਗ ਰਹੀ ਹੈ, ਤੇ ਇੱਥੇ ਮੌਕੇ ਤੇ ਜਾ ਕੇ ਤਾਂ ਸਾਫ਼ ਪਤਾ ਲੱਗ ਜਾਂਦਾ ਹੈ ਕਿ ਜਿਹੜੀ ਇਹ 4 ਦੀਵਾਰੀਆਂ ਹੋਈਆਂ ਉਸ ਤੋਂ ਬਿਲਕੁਲ ਹਟ ਕੇ ਕਲੋਨੀ ਸ਼ੁਰੂ ਕਰ ਰਹੇ ਆਪਣੀ ਇਹ, ਯਾਨੀ ਕਿ ਜਿਹੜੀ 4 ਦੀਵਾਰੀਆਂ ਪਹਿਲੇ ਹੋ ਚੁੱਕੀਆਂ ਉਹਨਾਂ ਨੂੰ ਸਿੱਧੇ ਤੌਰ ਤੇ ਬੈਨੀਫਿਟ ਦੇਣ ਦੀ ਤਿਆਰੀ ਹੈ। ਮਤਲਬ ਸਰ ਇੱਕ ਹੁੰਦਾ ਬੈਨੀਫਿਟ, ਇੱਕ ਹੁੰਦਾ ਸਿੰਗਲ ਸਾਈਡਡ ਬੈਨੀਫਿਟ ਕਿ ਇੱਕ ਮੁਸ਼ਤ ਇੱਕੋ ਹੀ ਪਾਸੇ ਸਾਰਾ ਬੈਨੀਫਿਟ ਦੇਤਾ। ਬਿਲਕੁਲ ਜੀ, ਇਹ ਉਹਨਾਂ ਨੂੰ ਹੀ ਬੈਨੀਫਿਟ ਦੇ ਰਹੇ ਆਪਣੀ ਕਲੋਨੀ ਦੇ ਨਾਮ ਤੇ ਜੀ। ਬਿਲਕੁਲ ਆਮ ਬੰਦੇ ਨੂੰ, ਜਿਹੜਾ ਇੱਕ ਆਮ ਬੰਦੇ ਨੂੰ ਕਹਿੰਦੇ ਨਾ ਕਿ ਅਸੀਂ ਸਰਕਾਰ ਦੇ ਪੈਸੇ ਖਰਚ ਕਰਕੇ ਦੂਜਿਆਂ ਨੂੰ, ਜਿਹੜੇ ਪ੍ਰਾਈਵੇਟ ਕਲੋਨਾਈਜ਼ਰ ਹੈ ਉਹਨਾਂ ਦੀਆਂ ਜਿਹੜੀ ਕਲੋਨੀਆਂ ਨੂੰ ਪ੍ਰਮੋਟ ਕੀਤਾ ਜਾਏਗਾ, ਕਿਉਂਕਿ ਇਹਨਾਂ ਦੀ ਐਂਟਰੈਂਸ ਮਾੜੀ ਹੋਗੀ ਤੇ ਉਹਨਾਂ ਦੀ ਐਂਟਰੈਂਸ ਪ੍ਰਾਈਮ ਹੋਗੀ ਤਾਂ ਬੰਦਾ ਆਪੇ ਹੀ ਉੱਥੇ ਜਾਏਗਾ। ਬਿਲਕੁਲ ਜੀ, ਇਦਾਂ ਹੀ ਹੈ, ਬਿਲਕੁਲ ਇਦਾਂ ਹੀ ਹੋਏਗਾ ਜੀ। ਜਿਹਦੇ ਕਰਕੇ ਤਾਂ ਹੀ ਅਸੀਂ ਕਹਿੰਦੇ ਆ ਰਹੇ ਹਾਂ ਕਿ ਇਹ ਕਲੋਨੀ ਦੀ ਜਿਹੜੀ ਡਿਵੈਲਪ ਹੋਣੀ ਚਾਹੀਦੀ ਹੈ, ਬੁੱਢੇ ਨਾਲੇ ਤੋਂ ਜਿੰਨਾ ਫਰੰਟ ਲੱਗਦਾ ਹੈ, ਜਿਹੜੀ ਇਹ ਓਲਡ ਜਿਹੜੀ ਦੂਜੀ ਹਮੜਾ ਰੋਡ ਪੈਂਦੀ ਹੈ, 2 ਹਮੜਾ ਰੋਡ ਪੈ ਜਾਂਦੀਆਂ, ਉਹ ਜਿਹੜੇ ਕੋਨੇ ਤੱਕ ਹੈ ਪੂਰੀ ਦੀ ਪੂਰੀ ਜਗ੍ਹਾ ਐਕਵਾਇਰ ਹੋਣੀ ਚਾਹੀਦੀ ਹੈ, ਤਾਂ ਕਿ ਸਾਰਾ ਦਾ ਸਾਰਾ ਬੈਨੀਫਿਟ ਸਰਕਾਰ ਨੂੰ ਮਿਲੇ ਤੇ ਆਮ ਜਨਤਾ ਨੂੰ ਮਿਲੇ ਇਸ ਚੀਜ਼ ਦਾ। ਇੱਕ ਗੱਲ ਹੋਰ ਕਹਿਣੀ ਚਾਹਾਂਗੇ ਕਿ ਸਾਡੇ ਵਾਲੀ ਕੰਪਲੇਂਟ ਦੇ ਬੇਸ ਤੇ ਇਹਨੂੰ ਕੰਪਲੇਂਟ ਨਾ ਮੰਨ ਕੇ ਸਰਕਾਰ ਇਹਨੂੰ ਸੁਜੈਸ਼ਨਸ ਮੰਨੇ। ਅਸੀਂ ਅਫਸਰਾਂ ਦੀ ਕੰਪਲੇਂਟ ਕੀਤੀ ਹੈ ਜਿਹੜੇ ਇਨਵੋਲਵ ਨੇ, ਅਸੀਂ ਇਹ ਨਹੀਂ ਕਦੇ ਵੀ ਕਿਹਾ ਕਿ ਹਾਂਜੀ ਪ੍ਰੋਜੈਕਟ ਨੂੰ ਡਿਲੇ ਕਰੋ। ਅਸੀਂ ਹਿਸਾਬ ਨਾਲ ਪ੍ਰੋਜੈਕਟ ਆਉਣਾ ਚਾਹੀਦਾ, ਪ੍ਰੋਜੈਕਟ ਜ਼ਰੂਰ ਆਉਣਾ ਚਾਹੀਦਾ ਹੈ, ਔਰ ਇਮੀਡੀਏਟਲੀ ਡਿਸਾਈਡ ਹੋਣਾ ਚਾਹੀਦਾ ਹੈ, ਔਰ ਜਲਦੀ ਤੋਂ ਜਲਦੀ ਆਉਣਾ ਚਾਹੀਦਾ ਹੈ। ਔਰ ਜੇਕਰ ਪ੍ਰੋਜੈਕਟ ਨੂੰ ਠੰਡੇ ਬਸਤੇ ਵੀ ਪਾਇਆ ਜਾਂਦਾ ਹੈ ਤਾਂ ਵੀ ਪ੍ਰਾਈਵੇਟ ਕਲੋਨਾਈਜ਼ਰਸ ਨੂੰ ਹੀ ਫਾਇਦਾ ਹੋਏਗਾ, ਉਹ ਆਪਦੀਆਂ ਕਲੋਨੀਜ਼ ਡਿਵੈਲਪ ਕਰਦੇ ਰਹਿਣਗੇ, ਗਵਰਨਮੈਂਟ ਦਾ ਪ੍ਰੋਜੈਕਟ ਡਿਲੇ ਹੋ ਜਾਏਗਾ। ਜੇ ਇੱਥੇ ਜੇ ਇਹ ਪ੍ਰੋਜੈਕਟ ਆ ਜਾਂਦਾ ਤਾਂ ਜਨਤਾ ਨੂੰ ਕਿੱਦਾਂ ਦੇ ਫਾਇਦੇ ਹੋਣਗੇ? ਸਰਕਾਰ ਕਿਸ ਰੇਟ ਤੇ ਜ਼ਮੀਨ ਕੱਢੇਗੀ ਜਾਂ ਆਮ ਜਨਤਾ ਨੂੰ ਕਿਸ ਰੇਟ ਤੇ ਜਿਹੜਾ ਹੈਗਾ ਪਲਾਟ ਮਿਲ ਸਕਣਗੇ? ਸਰ ਦੇਖੋ, ਜੋ ਅਸੀਂ ਅਸੈਸ ਕਰਦੇ ਹਾਂ, ਬੀਇੰਗ ਮੈਂ ਐਜ਼ ਅ ਪ੍ਰੋਫੈਸ਼ਨਲ ਵੈਲੂਅਰ ਵੀ ਹਾਂ ਜੀ, ਇੰਜੀਨੀਅਰ ਵੈਲੂਅਰ ਹਾਂ ਮੈਂ, ਗਵਰਨਮੈਂਟ ਅਪਰੂਵਡ ਵੈਲੂਅਰ ਹਾਂ ਜੀ। ਜੋ ਮੇਰਾ ਆਈਡੀਆ ਹੈ, ਇੱਥੇ ਸਾਰੇ ਖਰਚੇ ਕੱਢ ਕੇ ਟਾਈਮ ਦਾ ਜਿਹੜਾ ਵੀ ਇਹਨਾਂ ਦਾ ਇੰਟਰਸਟ ਹੁੰਦਾ ਸਾਰਾ ਪਾ ਕੇ, ਜੋ ਇਨਕਮ ਟੈਕਸ ਡਿਪਾਰਟਮੈਂਟ ਦੇ ਫਾਰਮੂਲੇਜ਼ ਹੈ ਉਹਦੇ ਹਿਸਾਬ ਨਾਲ ਇੱਥੇ 10 ਤੋਂ 12000 ਰੁਪਏ ਗਜ ਦੇ ਵਿੱਚ ਇੱਥੇ ਰੇਟ ਨਿਕਲਣਾ ਚਾਹੀਦਾ, ਤੇ ਜਿਹੜਾ ਅਸੀਂ ਰੈਜ਼ੀਡੈਂਸ਼ੀਅਲ ਦਾ ਕਹਿੰਦੇ ਆ ਤੇ ਕਮਰਸ਼ੀਅਲ ਦਾ ਜਿਹੜਾ ਹੈ ਉਸ ਹਿਸਾਬ ਨਾਲ ਇਹ ਅਸੈਸ ਕਰਨ। ਲੇਕਿਨ ਜਿਹੜਾ ਸਭ ਤੋਂ ਜ਼ਿਆਦਾ ਫਾਇਦਾ ਹੋਣਾ ਚਾਹੀਦਾ ਹੈ ਉਹ ਅਸੀਂ ਮੰਨਦੇ ਹਾਂ ਕਿ ਰੈਜ਼ੀਡੈਂਸ਼ੀਅਲ ਦਾ ਰੇਟ 10000 ਤੋਂ 12000 ਦੇ ਵਿੱਚ ਹੋਣਾ ਚਾਹੀਦਾ ਇਸ ਜਗ੍ਹਾ ਤੇ। ਔਰ ਉਹ ਵੀ ਸਭ ਤੋਂ ਵੱਡੀ ਗੱਲ ਹੈ ਜੋ ਸਾਨੂੰ ਪਤਾ ਲੱਗਿਆ ਸੀ, ਇਹ ਆਸਾਨ ਕਿਸ਼ਤਾਂ 'ਚ ਮਿਲੇਗਾ 3 ਤੋਂ 5 ਸਾਲਾਂ ਦੀ, ਤੇ ਜੇ ਇਹੋ ਜਿਹੀ ਹੋਏਗਾ ਤੇ ਬਹੁਤ ਸਾਰੇ ਲੋਕ ਆ ਜਾਣਗੇ, ਨਵਾਂ ਲੁਧਿਆਣਾ ਹੀ ਬਸ ਜਾਏਗਾ ਇੱਕ ਤਰ੍ਹਾਂ ਦਾ। ਸਰ ਆਸਾਨ ਕਿਸ਼ਤਾਂ ਦੇ ਵਿੱਚ ਤਾਂ ਬੈਂਕ ਵੀ ਬਹੁਤ ਆ ਜਾਂਦੇ ਨੇ ਜੀ, ਸਰਕਾਰ ਵੀ ਜਿਹੜਾ ਗਲਾਡਾ ਹੋ ਗਿਆ ਜਾਂ ਲੋਕਲ ਬੋਡੀਜ਼ ਵੀ ਟਾਈਮ ਦਿੰਦੀ ਹੈ 3 ਸਾਲ 5 ਸਾਲ ਦਾ, ਜਿਹਦੇ ਤੇ ਉਹ ਆਪਣਾ ਇੰਟਰਸਟ ਲੈਂਦੀ ਹੈ। ਪਰ ਇਹ ਹੈ ਕਿ ਲੋਕਾਂ ਨੂੰ ਇੱਕ ਸਸਤੀ ਜ਼ਮੀਨ
ਜੀ। ਇੱਕ ਜਿਹੜਾ ਉਹਨਾਂ ਦਾ ਸੁਪਨਿਆਂ ਦਾ ਘਰ ਇੱਕ ਸਰਕਾਰੀ ਕਲੋਨੀ ਦੇ ਵਿੱਚ ਜਿਹੜਾ ਮਿਲਣਾ ਹੁੰਦਾ ਹੈ ਨਾ, ਉਹ ਜਦੋਂ ਇੰਨੇ ਪੌਸ਼ ਇਲਾਕਾ ਨਵਾਂ ਪੌਸ਼ ਡਿਵੈਲਪ ਹੋਇਆ ਇਲਾਕਾ, ਏਰੀਆ। ਲੋਕਾਂ ਦੀ ਨਜ਼ਰਾਂ ਦੇ ਵਿੱਚ ਇਹ ਕਲੋਨੀ ਹੈ ਕਿ ਉਹ ਕਲੋਨੀ ਸਹੀ ਤਰੀਕੇ ਨਾਲ ਡਿਵੈਲਪ ਹੁੰਦੀ ਹੈ, ਉਹ ਸਾਰਾ ਦੇਖ ਕੇ ਲੋਕਾਂ ਨੂੰ ਸਹੀ ਚੀਜ਼ ਦੇਣੀ ਚਾਹੀਦੀ ਸਰਕਾਰ ਪਰ ਵੱਲੋਂ। ਮੈਂ ਇਹ ਪੁੱਛਣਾ ਚਾਹਾਂਗਾ, ਵੈਸੇ ਤੁਸੀਂ ਦੋਨੋਂ ਖੜੇ ਹੋ, ਇੱਕ ਪਾਸੇ ਨਾਲ ਹੀ ਤੁਸੀਂ ਹੁਣੇ ਕਿਹਾ ਕਿ 80,000 70,000 60,000 ਲੱਖ ਰੁਪਏ 'ਚ ਜਗ੍ਹਾ ਵਿਕ ਰਹੀ ਹੈ, 25,000 ਤੋਂ ਲੈ ਕੇ ਲੱਖ ਰੁਪਏ ਤੱਕ ਰੈਜ਼ੀਡੈਂਸ਼ੀਅਲ ਹੈ। ਤੁਹਾਡੀ ਕੈਲਕੂਲੇਸ਼ਨ 'ਚ ਕੋਈ ਦਿੱਕਤ ਤਾਂ ਨਹੀਂ, ਮਤਲਬ ਕੋਈ ਭੁਲੇਖਾ ਤਾਂ ਨਹੀਂ ਲੱਗਿਆ ਕੱਲ ਨੂੰ ਤੁਸੀਂ ਯੂ ਟਰਨ ਲੈ ਲਓ? ਨਹੀਂ ਸੰਦੀਪ ਜੀ, ਮਤਲਬ ਮੈਂ ਕੈਲਕੂਲੇਸ਼ਨ ਮਿਸ ਕੈਲਕੂਲੇਸ਼ਨ ਹੋ ਗਈ ਸੀ 10,000 ਤੇ, ਕਿਉਂਕਿ ਦੇਖੋ ਕੋਈ ਵੀ ਸੁਨੇਗਾ 10,000 ਤੇ 80,000 'ਚ ਬਹੁਤ ਫਰਕ ਹੈ ਸਰ ਵੱਡਾ। ਸਰ ਜਿਹੜੇ 80,000 'ਚ ਕਲੋਨੀਆਂ ਵਿਕ ਰਹੀਆਂ, ਤੁਸੀਂ ਰਜਿਸਟਰੀਆਂ ਜਾ ਕੇ ਚੈੱਕ ਕਰ ਲਓ ਜੀ ਉਸ ਰਜਿਸਟਰੀਆਂ ਦੇ ਵਿੱਚ ਕਿਹਾ 80,000 ਦੇ ਵਿੱਚ ਰਜਿਸਟਰੀ ਹੋ ਰਹੀ ਹੈ। ਜੀ ਉੱਥੇ ਸਨਵਿਊ ਦੇ ਵਿੱਚ 30,000 ਰੁਪਏ ਗੱਜ ਸਰਕਾਰੀ ਰੇਟ ਹੁਣ ਹੋਇਆ ਹੈ। ਜੀ ਠੀਕ ਹੈ ਜੀ। ਜਦ ਕਿ ਜੇ ਤੁਸੀਂ ਉੱਥੇ ਪਲਾਟ ਲੈਣ ਚੱਲ ਜਾਓ, ਆਪ ਮੌਕਾ ਦੇਖੋ, ਮੇਰੇ ਕੋਲ ਵੀਡੀਓ ਰਿਕਾਰਡਿੰਗਸ ਵੀ ਪਈਆਂ ਉੱਥੇ ਦੀਆਂ ਜੀ ਕਿ ਉੱਥੇ ਕੀ ਰੇਟ ਚੱਲ ਰਿਹਾ ਹੈ। ਈਵਨ ਅਸੀਂ ਵੈਲਿਊਏਸ਼ਨਸ ਵੀ ਕੀਤੀਆਂ ਹੋਈਆਂ ਉਸ ਜਗ੍ਹਾ ਦੀਆਂ, 60,000 ਤੋਂ ਲੈ ਕੇ 80,000 ਰੁਪਏ ਤੱਕ ਸਾਡੇ ਵੈਲਿਊਅਰਸ ਲੁਧਿਆਣੇ ਦੇ ਵੈਲਿਊ ਪਾ ਰਹੇ ਨੇ ਉੱਥੇ ਦੀ। ਤੇ ਇਹ ਸਾਰਾ ਜਿਹੜਾ ਅਸੀਂ ਕਹਿੰਦੇ ਆ ਕਿ ਸਿਰਫ ਇੱਕ ਸਨਵਿਊ ਨਹੀਂ ਹੈ, ਪੂਰੇ ਨਹਿਰ ਦੇ ਉੱਤੇ ਜਾਂ ਈਵਨ ਲੁਧਿਆਣੇ ਦੇ ਵਿੱਚ ਬਲੈਕ ਮਨੀ ਦੀ ਇਨਵੋਲਵਮੈਂਟ ਸਰਕਾਰ ਖੁਦ ਕਰਵਾ ਰਹੀ ਹੈ। ਜੀ ਸਰਕਾਰੀ ਰੇਟਾਂ ਨੂੰ, ਜਿਹੜੇ ਜ਼ਮੀਨੀ ਰੇਟਾਂ ਨੂੰ ਸਹੀ ਤਰੀਕੇ ਨਾਲ ਨਾ ਕਰਕੇ ਸੈੱਟ। ਜੀ ਇੱਕ ਪਾਸੇ ਸਰਕਾਰ ਔਕਸ਼ਨਾਂ ਕਰਦੀ ਹੈ 30-30 40-40,000 ਰੁਪਏ ਗਜ ਦਾ, ਚਾਹੇ ਦੁਗਰੀ ਹੋ ਜਵੇ। ਤੇ ਚਾਹੇ ਇਹਨਾਂ ਨੇ ਇੱਕ ਉਹ ਕੀਜ਼ ਹੋਟਲ ਦੀ ਬੈਕ ਸਾਈਡ ਤੇ ਗਲਾਡਾ ਸਟੇਟ ਕੱਢੀ ਸੀ, ਅੱਛਾ ਜੀ। ਉੱਥੇ ਇਹਨਾਂ ਨੇ 28,000 29,000 ਰੁਪਏ ਰੇਟ ਰੱਖਿਆ ਹੈ। ਉਸ ਤੋਂ ਪਹਿਲੇ ਭਗਤ ਸਿੰਘ ਨਗਰ ਜਿਹੜਾ ਉਸ ਤੋਂ ਬੈਟਰ ਕਲੋਨੀ ਹੈ, ਉੱਥੇ ਇਹਨਾਂ ਦਾ ਰੇਟ 14-15,000 ਰੁਪਏ ਹੈ। ਜੀ ਇਸ ਤੋਂ ਸਾਫ਼ ਪਤਾ ਲੱਗਦਾ ਕਿ ਸਰਕਾਰ ਖੁਦ ਬਲੈਕ ਮਨੀ ਦੀ ਇਨਵੋਲਵਮੈਂਟ ਨੂੰ ਜ਼ਿਆਦਾ ਰੱਖ ਕੇ ਚੱਲ ਰਹੀ ਨਾਲ ਧਿਆਨ 'ਚ। ਜੀ ਜੀ ਇਸ ਕਲੋਨੀ ਦੀ ਜਿਹੜੀ ਗੱਲ ਕਰੀਏ, ਜਿਹਨੂੰ ਲੈ ਕੇ ਅੱਜ ਆਪਾਂ ਇਕੱਠੇ ਹੋਏ ਹਾਂ, ਇੱਥੇ ਗੱਲਬਾਤ ਕਰ ਰਹੇ ਹਾਂ। ਦੇਖੋ ਜੋ ਇਹਨਾਂ ਦਾ ਰੇਟ ਹੈਗਾ ਲੈਂਡ ਦਾ ਇੱਥੇ ਚੱਲ ਰਿਹਾ ਕਰੀਬ 1.5 ਕਰੋੜ ਰੁਪਏ ਕਿੱਲਾ, ਜੋ ਸਾਨੂੰ ਆਵਾਜ਼ ਆਈ ਸੀ ਕਿ 1.5 ਕਰੋੜ ਰੁਪਏ ਕਿੱਲਾ ਦੇ ਨੇੜੇ ਤੇੜੇ ਸਰਕਾਰ, ਜੇ ਕਿਸੇ ਨੇ ਮਤਲਬ ਉਹਨੂੰ ਕੀ ਕਹਿੰਦੇ ਹੁੰਦੇ ਆ ਲੈਂਡ ਪੁਲਿੰਗ ਨਹੀਂ ਜਾਣਾ, ਮੁਸਤ ਪੈਸੇ ਲੈਣੇ ਨੇ ਤਾਂ 1.5 ਕਰੋੜ ਰੁਪਏ ਦੇ ਕਰੀਬ ਆਵਾਜ਼ ਹੈਗੀ ਹੈ ਜੀ। ਔਰ ਗੱਲ ਹੈਗੀ ਹੈ ਜੀ ਕਿ ਰੈਜ਼ੀਡੈਂਸ਼ੀਅਲ ਆਪਾਂ ਇਹ ਧਿਆਨ 'ਚ ਰੱਖੀਏ ਕਿ ਇਹ ਪ੍ਰੋਜੈਕਟ ਗਵਰਨਮੈਂਟ ਲੈ ਕੇ ਆ ਰਹੀ ਹੈ। ਗਵਰਨਮੈਂਟ ਹੁੰਦੀ ਹੈ ਲੋਕਾਂ ਵਾਸਤੇ, ਔਰ ਮੁਨਾਫਾਖੋਰੀ ਇੱਕ ਜਾਇਜ਼ ਤਰੀਕੇ ਨਾਲ ਲੈਂਦੀ ਹੈ। ਜਦੋਂ ਡਿਵੈਲਪ ਹੋਏਗੀ ਉਹਦੇ ਵਿੱਚੋਂ ਵੀ ਮੁਨਾਫਾ ਵੀ ਗਵਰਨਮੈਂਟ ਨੇ ਲੈਣਾ ਹੈ, ਸਰਕਾਰੀ ਖਜ਼ਾਨੇ 'ਚ ਕੁਛ ਤਾਂ ਜਾਣਾ ਚਾਹੀਦਾ। ਔਰ ਇੱਕ ਰੀਜ਼ਨੇਬਲ ਪ੍ਰੋਫਿਟ ਲੈ ਕੇ 10 ਤੋਂ 12,000 ਰੁਪਏ, ਵੱਧ ਤੋਂ ਵੱਧ 15,000 ਰੁਪਏ ਗਜ ਤੱਕ ਵੇਚ ਕੇ 15,000 ਵੀ ਨਹੀਂ ਜਾਏਗਾ ਜੀ। ਅਸੀਂ ਸਿੱਧਾ ਕਹਿੰਦੇ ਹਾਂ ਜੀ, ਦੇਖੋ 1.5 ਕਰੋੜ ਰੁਪਏ ਕਿੱਲੇ ਦਾ 3,000 ਰੁਪਏ ਗੱਜ ਹੋਇਆ, ਵਿੱਚੋਂ 45% ਜਗ੍ਹਾ ਜਾਂ 50% ਵੀ ਅਸੀਂ ਕਹਿੰਦੇ ਜਗ੍ਹਾ ਛੱਡੋ, ਪਾਰਕ ਵੱਡੇ ਰੱਖੋ, ਸੜਕਾਂ ਚੌੜੀਆਂ ਰੱਖੋ। ਉਹਦੇ 'ਚ ਵੀ ਜਿਹੜਾ ਹੈਗਾ 1.5 ਦਾ ਮਤਲਬ ਸਮਝ ਲਓ 3 ਕਰੋੜ ਰੁਪਏ ਕਿੱਲਾ, 6,000 ਰੁਪਏ ਗੱਜ ਇਹ ਹੋ ਗਿਆ। 1500 ਤੋਂ 2,000 ਰੁਪਏ ਗੱਜ ਜਿਹੜਾ ਹੈ ਡਿਵੈਲਪਮੈਂਟ ਦਾ ਖਰਚਾ। ਇਸ ਤੋਂ ਇਲਾਵਾ 1000 ਰੁਪਏ ਗੱਜ ਅਸੀਂ ਮੰਨਦੇ ਹਾਂ ਕਿ ਜਿਹੜਾ ਇਹਨਾਂ ਦਾ ਇੰਟਰਸਟ ਕਿ 2 ਸਾਲ ਲੱਗ ਜਾਂਦੇ ਡਿਵੈਲਪ ਹੋਣ ਨੂੰ, ਉਹ ਸਾਰਾ ਅਸੀਂ ਮੰਨ ਕੇ ਚੱਲਦੇ ਹਾਂ, ਜੋ ਇੱਕ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਫਾਰਮੂਲਾ ਬਣਾਇਆ ਹੋਇਆ। ਸਾਰਾ 8-9,000 ਰੁਪਏ ਤੋਂ ਵੱਧ ਦਾ ਖਰਚਾ ਨਹੀਂ ਹੈ ਟੋਟਲ। 15 ਜੋ 20% ਜੇ ਆਪਣਾ ਪ੍ਰੋਫਿਟ ਲੈ ਵੀ ਜਾਂਦੇ ਨੇ ਤੇ 10 ਤੋਂ 12,000 ਰੁਪਏ ਗੱਜ ਦੇ ਉੱਤੇ ਜਿਹੜਾ ਰੇਟ ਨਹੀਂ ਆ ਸਕਦਾ। ਇਹ ਅਸੀਂ ਮਤਲਬ ਅਸੀਂ ਇੱਕ ਡਿਜ਼ਾਈਨ ਕਰਕੇ ਵੀ ਮਤਲਬ ਇੱਕ ਤਰ੍ਹਾਂ ਬਣਾ ਕੇ ਵੀ ਦੇ ਸਕਦੇ ਹਾਂ ਕਿ ਜਿਹੜਾ ਖਰਚਾ ਹੈਗਾ। ਇਸ ਲਈ ਲੋਕਾਂ ਨੂੰ ਸਹੂਲੀਅਤ ਤੇ ਸਹੀ ਤਰੀਕੇ ਨਾਲ ਇੱਕ ਕਹਿ ਲਈਏ ਕਿ ਸਹੀ ਰੇਟਾਂ ਤੇ ਜਗ੍ਹਾ ਦੇਣ ਲਈ 10,000 12,000 ਰੁਪਏ ਰੇਟ ਬਹੁਤ ਜਾਇਜ਼ ਰੇਟ ਹੈ ਸਾਡੇ ਇਸ ਤੋਂ ਬਾਅਦ ਆਉਂਦੀ ਹੈ ਆਊਟਰ ਵੀ ਹੈ। ਇਸ ਤੋਂ ਬਾਅਦ ਆਉਂਦੀ ਹੈ ਗੱਲ ਕਮਰਸ਼ੀਅਲ ਦੀ। ਕਮਰਸ਼ੀਅਲ ਦੇ ਵਿੱਚ ਅਸਲ ਦੇ ਵਿੱਚ ਪ੍ਰੋਫਿਟ ਨਿਕਲਣਾ ਹੁੰਦਾ ਜੀ ਡਿਵੈਲਪਰ ਦਾ, ਚਾਹੇ ਉਹ ਪ੍ਰਾਈਵੇਟ ਡਿਵੈਲਪਰ ਹੋਵੇ ਚਾਹੇ ਹੋਵੇ ਸਰਕਾਰ ਹੋਵੇ। ਇੱਥੇ ਜਿਹੜਾ ਕਮਰਸ਼ੀਅਲ ਦੇ ਵਿੱਚੋਂ ਗਵਰਨਮੈਂਟ ਨੂੰ ਪੂਰਾ ਖਜ਼ਾਨਾ ਭਰਨਾ ਸੀਗਾ, ਉਹ ਜਿਹੜੇ ਗਲਾਡਾ ਦੇ ਅਫਸਰ ਨੇ ਜਿਹੜੇ ਇਸ ਪਲਾਨਿੰਗ ਨੂੰ ਖਰਾਬ ਕਰ ਰਹੇ ਨੇ ਪ੍ਰਾਈਵੇਟ ਕਲੋਨਾਈਜ਼ਰਸ ਨੂੰ ਫਾਇਦਾ ਦੇਣ ਲਈ, ਉਹ ਗਵਰਨਮੈਂਟ ਦੇ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਲਈ ਹੀ ਸਾਰਾ ਕਰ ਰਹੇ ਨੇ। ਅਸੀਂ ਇਹੀ ਬੇਨਤੀ ਕਰ ਰਹੇ ਹਾਂ ਸਰਕਾਰ ਨੂੰ ਕਿ ਜਿਹੜਾ ਲਾਡੋਵਾਲ ਬਾਈਪਾਸ ਦੇ ਉੱਤੇ ਫਰੰਟ ਹੈ ਉਹਨੂੰ ਛੱਡ ਦਿੱਤਾ ਗਿਆ, ਜਿੱਥੇ ਜਾ ਕੇ ਜਿੱਥੇ ਕਮਰਸ਼ੀਅਲ ਐਕਟੀਵਿਟੀਜ਼ ਹੋਣੀਆਂ ਸੀਗੀਆਂ, ਜਿੱਥੇ ਸਰਕਾਰ ਦਾ ਖਜ਼ਾਨਾ ਭਰਿਆ ਜਾਣਾ ਸੀਗਾ, ਜਿੱਥੇ 50,000 ਰੁਪਏ ਗਜ ਨੂੰ ਵੀ ਜਗ੍ਹਾ ਵਿਕ ਜਾਣੀ ਸੀ ਆਰਾਮ ਨਾਲ ਹੱਸ ਕੇ, ਵੱਧ ਵੀ ਵਿਕ ਜਾਣੀ ਸੀਗੀ। ਔਰ ਇਹ ਅਫਸਰ ਨਲਾਇਕੀ ਦਿਖਾ ਰਹੇ ਨੇ ਕੇਵਲ ਆਪਦੇ ਨਿੱਜੀ ਹਿੱਤਾਂ ਨੂੰ ਮੂਹਰੇ ਰੱਖ ਕੇ ਔਰ ਪ੍ਰਾਈਵੇਟ ਕਲੋਨਾਈਜ਼ਰ ਨੂੰ ਫਾਇਦਾ ਦੇਣ ਲਈ। ਅਸੀਂ ਇਹੀ ਬੇਨਤੀ ਕਰ ਰਹੇ ਹਾਂ ਕਿ ਹਾਂਜੀ ਇਸ ਪ੍ਰੋਜੈਕਟ ਦੇ ਵਿੱਚ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਦੂਰ ਕਰਦੇ ਹੋਏ ਸਾਡੇ ਵੱਲੋਂ ਦਿੱਤੇ ਹੋਏ ਸੁਜੈਸ਼ਨਸ ਨੂੰ ਗੌਰ ਕਰਕੇ ਇਸ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਗਰਾਊਂਡ ਦੇ ਉੱਤੇ ਉਤਾਰਿਆ ਜਾਵੇ। ਥੈਂਕ ਯੂ ਸਰ, ਥੈਂਕ ਯੂ। ਸੋ ਦੋਸਤੋ, ਇਹ ਸੀਗੇ ਸਾਡੇ ਨਾਲ ਪਬਲਿਕ ਐਕਸ਼ਨ ਕਮੇਟੀ ਦੇ ਜਿਹੜੇ
ਡੈਜ਼ਿਗਨੇਟਰਸ ਕਪਿਲ ਜੀ ਇੰਜੀਨੀਅਰ ਕਪਿਲ ਦੇਵ, ਇਹਨਾਂ ਨੇ ਤਾਂ ਵੈਲਿਊਏਸ਼ਨ ਹੀ ਕੱਢ ਕੇ ਸਾਡੀਆਂ ਵੀ ਅੱਖਾਂ ਖੋਲ੍ਹਤੀਆਂ ਕਿ ਅਸੀਂ ਵੀ ਸ਼ਾਇਦ ਇੰਨੀ ਡੈਪਥ ਦੇ ਵਿੱਚ ਅਸੀਂ ਅੱਜ ਤੱਕ ਕੈਲਕੂਲੇਸ਼ਨ ਨਹੀਂ ਕੀਤੀਆਂ ਸੀ, ਪਰ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਜਿਹੜੀਆਂ ਨਿਰਧਾਰਿਤ ਕੀਤੀਆਂ ਗਈਆਂ ਜਿਹੜੀਆਂ ਇੱਕ ਵੈਲਿਊਏਸ਼ਨਸ ਹੈਗੀਆਂ, ਮਾਪਦੰਡ ਬਣਾਏ ਗਏ ਆ, ਉਸ ਹਿਸਾਬ ਨਾਲ ਇਹਨਾਂ ਨੇ ਜਿਹੜੀਆਂ ਹੈਗੀਆਂ ਇਹ ਕੈਲਕੂਲੇਸ਼ਨਸ ਕਰਕੇ ਸਿੱਧੇ ਸ਼ਬਦਾਂ 'ਚ ਦੱਸ ਦਿੱਤਾ ਹੈ ਕਿ 10 ਤੋਂ 12,000 ਰੁਪਏ ਮੈਕਸਿਮਮ ਦੇ ਵਿੱਚ ਰੈਜ਼ੀਡੈਂਸ਼ੀਅਲ ਪਲਾਟ ਸਰਕਾਰ ਦੀ ਲੁਧਿਆਣਾ ਦੇ ਵਿੱਚ ਜਿਹੜੀ ਗਲਾਡਾ ਵੱਲੋਂ ਸਾਊਦਰਨ ਬਾਈਪਾਸ ਤੇ ਟਾਊਨਸ਼ਿਪ ਲਿਆਈ ਜਾ ਰਹੀ ਹੈ ਉਹਦੇ ਵਿੱਚ ਇਹ ਮਿਲ ਸਕਦੀ ਹੈ। ਪਰ ਗੱਲ ਇਹ ਹੈ ਕਿ ਜਿਹੜੇ ਸਰਕਾਰੀ ਅਫਸਰਾਂ ਦੇ ਵਿੱਚ, ਸਰਕਾਰੀ ਵਿਭਾਗਾਂ ਦੇ ਵਿੱਚ ਜਿਹੜੀ ਇੱਕ ਭ੍ਰਸ਼ਟਾਚਾਰ ਜਿਹੜਾ ਫੈਲਿਆ ਹੋਇਆ ਹੈ, ਉਹ ਭ੍ਰਸ਼ਟਾਚਾਰ ਜਿਹੜਾ ਇਸ ਪ੍ਰੋਜੈਕਟ ਨੂੰ ਫੇਲ ਕਰਨ ਤੇ ਲੱਗਾ ਹੋਇਆ। ਉੱਥੇ ਹੀ ਸਰਕਾਰੀ ਖਜ਼ਾਨੇ ਦੇ ਨਾਲ ਜਿੱਥੇ ਸਰਕਾਰੀ ਖਜ਼ਾਨੇ ਨੂੰ ਜਿਹੜਾ ਵੱਡਾ ਨੁਕਸਾਨ ਪਹੁੰਚਾਇਆ ਜਾ ਰਿਹਾ, ਉੱਥੇ ਹੀ ਨਿੱਜੀ ਜਿਹੜੇ ਕੋਲੋਨਾਈਜ਼ਰਸ ਹੈ, ਦੇਖੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੁੱਲ ਤੋਂ ਸਟਾਰਟਿੰਗ ਵਾਲੀ ਜਿਹੜੀ 500 ਮੀਟਰ ਦੀ ਜਿਹੜੀ ਮੇਨ ਪ੍ਰਾਈਮ ਲੈਂਡ ਹੈ ਉਹਨੂੰ ਛੱਡ ਕੇ ਦਿੱਤਾ ਗਿਆ, ਉਹਨੂੰ ਇਗਨੋਰ ਕੀਤਾ ਗਿਆ। ਸੋ ਇਹ ਸਾਰੀ ਗੱਲ ਮਤਲਬ 1000 ਏਕੜ ਜਗ੍ਹਾ ਅੱਗੇ ਓਪਨ ਛੱਡ ਦਿੱਤੀ ਗਈ ਹੈ ਕਿ ਲੋਕ ਉੱਥੇ ਆਪਣੀ ਨਿੱਜੀਆਂ ਕਲੋਨੀਆਂ ਕਰਕੇ ਕੱਟ ਕੇ ਮੁਨਾਫਾਖੋਰੀ ਕਰ ਸਕਣ ਔਰ ਸਰਕਾਰ ਦੇ ਹੱਥ ਜਿਹੜਾ ਇੱਕ ਜਿਹੜੀ ਮਾੜੀ ਧੀੜੀ ਜਗ੍ਹਾ ਜਾਂ ਮਾੜੀ ਲੋਕੇਸ਼ਨ ਵਾਲੀ ਜਗ੍ਹਾ ਉੱਤੇ ਕਲੋਨੀ ਕੱਟ ਦਿੱਤੀ ਜਾਏ ਤਾਂ ਕਿ ਸਰਕਾਰ ਦੀ ਕਲੋਨੀ ਫੇਲ ਹੋ ਜਾਏ। ਸੋ ਇਹ ਸੀ ਫਿਲਹਾਲ ਇਸ ਵੇਲੇ ਦੀ ਜੋ ਪਬਲਿਕ ਐਕਸ਼ਨ ਕਮੇਟੀ ਵੱਲੋਂ ਸਰਕਾਰ ਨੂੰ ਸੁਝਾਅ ਦਿੱਤੇ ਗਏ ਸੀ ਜਾਂ ਉਹਨਾਂ ਦੀ ਜਿਹੜੇ ਸੁਝਾਵਾਂ ਨੂੰ ਕੰਪਲੇਂਟ ਦਾ ਰੂਪ ਦਿੱਤਾ ਜਾਂਦਾ ਸੀ, ਉਸ ਮਾਮਲੇ 'ਚ ਰਿਪੋਰਟ ਦੇਖਦੇ ਰਹੋ, ਬਨੇ ਰਹੋ ਜਨਹਿਤੈਸ਼ੀ। ਧੰਨਵਾਦ।